ਦਿੱਲੀ ਤੇ ਬੈਠੇ ਕਿਸਾਨਾਂ ਨੂੰ ਕਰੀਬ 8 ਮਹੀਨੇ ਦਾ ਸਮਾਂ ਹੋ ਚੁੱਕਿਆ ਹੈ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਉਹ ਦਿੱਲੀ ਦੀ ਸਰਹੱਦਾਂ ਤੇ ਬੈਠੇ ਰਹਿਣਗੇ ਅਤੇ ਧਰਨਾ ਪ੍ਰਦਰਸ਼ਨ ਕਰਦੇ ਰਹਿਣਗੇ। ਪਰ ਹੁਣ ਭਾਜਪਾ ਦੇ ਨੇਤਾਵਾਂ ਦਾ ਵੱਖਰਾ ਹੀ ਬਿਆਨ ਸਾਹਮਣੇ ਆਇਆ ਹੈ, ਜਿਸ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਗਿਣਤੀ ਘਟਣ ਦਾ ਮਤਲਬ ਹੈ ਕਿ ਕਿਸਾਨਾਂ ਨੂੰ ਹੁਣ ਤਿੰਨੇ ਖੇਤੀ ਕਾਨੂੰਨ ਸਮਝ ਆਉਣੇ ਸ਼ੁਰੂ ਹੋ ਗਏ ਨੇ। ਜੀ ਹਾਂ, ਭਾਜਪਾ ਦੇ ਮਹਾਸਚਿਵ ਜੀਵਨ ਗੁਪਤਾ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਹੁਣ ਖੇਤੀ ਕਾਨੂੰਨਾਂ ਦੀ ਸਮਝ ਲੱਗ ਚੁੱਕੀ ਹੈ, ਇਸੇ ਕਰਕੇ ਉਹ ਆਪਣੇ ਘਰਾਂ ਨੂੰ ਪਰਤ ਰਹੇ ਨੇ। ਦੱਸਦੇ ਕਿ ਇਸ ਮੌਕੇ ਨਵਜੋਤ ਸਿੰਘ ਸਿੱਧੂ ਤੇ ਵੀ ਉਹਨਾਂ ਨੇ ਤੰਜ ਕੱਸੇ। ਆਓ ਜਾਣ ਲੈਂਦੇ ਹਾਂ ਇਸ ਮੌਕੇ ਹੋਰ ਉਹਨਾਂ ਨੇ ਕੀ ਕਿਹਾ ਹੈ। ਬਰਨਿੰਗ ਇਸ਼ੂ ਬਣਿਆ ਹੋਇਆ ਉਹਦੇ ਸੰਬੰਧ ਵਿੱਚ ਬੀਜੇਪੀ ਜਿਹੜੀ ਹੈ ਉਹ ਉਹਨਾਂ ਦਾ ਮਸਲਾ ਹੱਲ ਨਹੀਂ ਕਰ ਪਾ ਰਹੀ, ਉਹਦੇ ਬਾਰੇ ਕੀ ਕਹੋਗੇ? ਦੇਖੋ, ਜਿਹੜਾ ਕਿਸਾਨਾਂ ਦੀ ਗੱਲ ਬਾਰ-ਬਾਰ ਕੋਈ ਅੱਜ ਲਗਭਗ ਇਹਨੂੰ ਸਵਾ ਸਾਲ ਦੇ ਕਰੀਬ ਹੋ ਗਿਆ ਔਰ ਤੁਸੀਂ ਸਭ ਨੇ ਦੇਖਿਆ ਹੋਣਾ ਕਿ ਜਿਸ ਢੰਗ ਨਾਲ ਪਹਿਲਾਂ ਇਹ ਅੰਦੋਲਨ ਵੱਡੀ ਮਾਤਰਾ ਦੇ ਅੰਦਰ, ਚਾਹੇ ਉਹ ਦਿੱਲੀ ਦੇ ਬਾਰਡਰ ਦੀ ਗੱਲ ਹੋਵੇ ਚਾਹੇ ਪੰਜਾਬ 'ਚ ਹੋਵੇ, ਜਿਸ ਢੰਗ ਨਾਲ ਪੰਜਾਬ ਦਾ ਕਿਸਾਨ ਨੂੰ ਵਰਗਲਾ ਕੇ ਇਸ ਅੰਦੋਲਨ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ, ਉਹਦਾ ਜ਼ੋਰ ਘਟਿਆ ਔਰ ਕਾਫੀ ਕਿਸਾਨ ਵੀਰਾਂ ਨੂੰ ਕੇਂਦਰ ਸਰਕਾਰ ਨੇ ਜਿਸ ਢੰਗ ਦੇ ਨਾਲ ਜਿਹੜੀਆਂ ਚੀਜ਼ਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਪਾਰਟੀ ਦੇ ਲੋਕਾਂ ਨੇ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਤੁਹਾਡੇ ਮਾਧਿਅਮ ਦੇ ਨਾਲ, ਉਹ ਸਮਝ ਵੀ ਆਈਆਂ। ਬੜੀ ਲੰਬੀ ਪੁਰਾਣੀ ਮੰਗ ਸੀਗੀ ਕਿਸਾਨਾਂ ਦੀ ਕਿ ਉਹਨਾਂ ਦੀ ਫਸਲ ਦੇ ਜਿਹੜੇ ਪੈਸੇ ਨੇ ਉਹਨਾਂ ਨੂੰ ਸਿੱਧੇ ਮਿਲਣ। ਉਹ ਕੇਂਦਰ ਸਰਕਾਰ ਨੇ ਉਹ ਮੰਗ ਨੂੰ ਪੂਰਨ ਕੀਤਾ ਔਰ ਇਹਦੇ ਨਾਲ ਜਿਸ ਢੰਗ ਨਾਲ ਪਿਛਲੇ ਸਮੇਂ ਤੋਂ ਕੇਂਦਰ ਸਰਕਾਰ ਕਿਸਾਨਾਂ ਦੇ ਵਾਸਤੇ ਫੈਸਲੇ ਕਰ ਰਹੀ ਹੈ, ਚਾਹੇ ਉਹ DAP ਦੇ ਰੇਟ ਦੇ ਵਿੱਚ ਸਬਸਿਡੀ ਦੇਣ ਦੀ ਗੱਲ ਹੋਵੇ ਔਰ 2018 ਦੇ ਵਿੱਚ ਜੇ ਤੁਹਾਡੇ ਧਿਆਨ 'ਚ ਹੋਏਗਾ ਕਿ ਕੁੱਲ ਲਾਗਤ ਦਾ 1.5 ਗੁਣਾ MSP ਦੇਣ ਦੀ ਗੱਲ ਹੋਵੇ, ਜਦੋਂ 200 ਰੁਪਏ ਪਰ ਕੁਇੰਟਲ ਝੋਨੇ ਦਾ ਇਕੱਠਾ ਇੱਕ ਵਾਰੀ ਵਧਾਇਆ ਗਿਆ ਸੀਗਾ। ਉਹ ਸਾਰੀਆਂ ਚੀਜ਼ਾਂ ਕਿਸਾਨ ਭਰਾਵਾਂ ਦੇ ਧਿਆਨ 'ਚ ਹੈ ਔਰ ਪਿਛਲੀਆਂ 2 ਫਸਲਾਂ ਜਦੋਂ ਤੋਂ ਇਹ ਕਾਨੂੰਨ ਲਾਗੂ ਵੀ ਹੋਏ ਨੇ, ਉਸ ਤੋਂ ਬਾਅਦ ਪਿਛਲੀਆਂ 2 ਫਸਲਾਂ ਜਿਹੜੀਆਂ ਉਹ ਪੰਜਾਬ ਦੇ ਅੰਦਰ ਵੱਡੀ ਪੱਧਰ ਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਤਾਦਾਦ ਦੇ ਅੰਦਰ ਉਹ ਚੱਕੀਆਂ ਗਈਆਂ ਔਰ MSP ਤੇ ਚੱਕੀਆਂ ਗਈਆਂ ਔਰ ਇਸ ਵਾਰੀ ਦੀ ਜਿਹੜੀ ਪਿਛਲੀ ਝੋਨੇ ਦੀ ਫਸਲ ਨਿਕਲੀ ਹੈ ਉਹਦੀ ਤਾਂ ਬਹੁਤ ਵੱਡੀ ਇਨਾਮ ਹਾਸਲ ਹੋਇਆ ਹੈ। 2 ਲੱਖ ਮੈਟ੍ਰਿਕ ਟਨ ਝੋਨਾ ਜ਼ਿਆਦਾ ਵੀ ਖਰੀਦਿਆ ਗਿਆ ਔਰ ਸਾਰੀ ਦੀ ਸਾਰਾ ਪੈਸਾ ਜਿਹੜਾ ਹੈ ਡਾਇਰੈਕਟ ਕਿਸਾਨਾਂ ਦੇ ਖਾਤੇ 'ਚ ਗਿਆ। ਸੋ ਇੱਕ ਵੱਡੀ ਅਚੀਵਮੈਂਟ ਨੇ। ਉਹਦੇ ਨਾਲ ਕਿਸਾਨ ਵੀਰਾਂ ਨੂੰ ਹੁਣ ਇਹ ਗੱਲ ਸਮਝ ਆਉਣੀ ਸ਼ੁਰੂ ਹੋਈ ਹੈ ਕਿ ਇਹ ਕੇਵਲ ਭਰਮ ਫੈਲਾਏ ਗਏ ਨੇ, ਇਹ ਕੇਵਲ ਕੁਝ ਲੋਕਾਂ ਨੇ ਕਿਸਾਨ ਵੀਰਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਹਨੂੰ ਸਮਝ ਆ ਰਹੀ ਹੈ ਹੁਣ ਉਹ ਇਸ ਅੰਦੋਲਨ ਤੋਂ ਪਿੱਛੇ ਹਟ ਰਹੇ। ਤੁਸੀਂ ਕਹਿ ਰਹੇ ਹੋ ਸਮਝ ਆ ਰਹੀ ਹੈ ਉਹਨਾਂ ਨੂੰ, ਪਿੱਛੇ ਹਟ ਰਹੇ ਨੇ, ਤਾਂ 2 ਦਿਨ ਹੋ ਗਏ ਸੰਸਦ ਬਿਲਕੁਲ ਪੈਰਲਲ ਸੰਸਦ ਲਗਾਈ ਬੈਠੇ ਹੋਏ ਹੋ। ਨਹੀਂ, ਦੇਖੋ ਐਸਾ ਹੈ ਕਿ ਹਰ ਬੰਦੇ ਨੂੰ ਅਧਿਕਾਰ ਹੈ ਲੋਕਤੰਤਰਿਕ ਢੰਗ ਨਾਲ ਆਪਣਾ ਮੁਜ਼ਾਹਰਾ ਕਰਨ ਦਾ, ਆਪਣਾ ਅੰਦੋਲਨ ਕਰਨ ਦਾ। ਕੋਈ ਮੈਂ ਇਹ ਨਹੀਂ ਕਹਿ ਰਿਹਾ ਕਿ ਅੰਦੋਲਨ ਖਤਮ ਹੋ ਗਿਆ, ਉੱਥੇ ਲੋਕ ਗਏ ਹੋਣਗੇ, ਦਿੱਲੀ ਦੇ ਬਾਰਡਰਾਂ 'ਤੇ ਵੀ ਅਜੇ ਲੋਕ ਬੈਠੇ ਹੈ। ਮੇਰਾ ਇਹ ਕਹਿਣਾ ਸੀਗਾ ਕਿ ਸੰਖਿਆ 'ਚ ਕਮੀ ਆਈ ਹੈ ਔਰ ਇਹ ਕਮੀ ਆਉਣ ਵਾਲੇ ਸਮੇਂ ਦੇ ਅੰਦਰ ਹੋਰ ਆਉਣੀ ਹੈ, ਕਿਉਂਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਘਟਨਾਵਾਂ ਕਿਸਾਨ ਅੰਦੋਲਨ ਦੇ ਵਿੱਚ ਹੋਈਆਂ, ਚਾਹੇ ਉਹ ਜਿਸ ਢੰਗ ਦਾ ਬਿਹੇਵ ਪਿਛਲੇ ਦਿਨਾਂ ਦੇ ਨਾਲ ਸਾਡੇ ਵਿਧਾਇਕ ਜੀ ਨਾਲ ਕੀਤਾ ਗਿਆ ਮਲੋੜ ਦੇ ਅੰਦਰ, ਚਾਹੇ ਪਿਛਲੇ ਦਿਨਾਂ ਦੇ ਅੰਦਰ ਰਾਜਪੁਰਾ ਦੇ ਘਟਨਾ ਬੜੀ ਵੱਡੀ ਹੋਈ ਜਦੋਂ ਪੂਰੀ ਰਾਤ ਸਾਡੀ ਕੁਝ ਲੀਡਰਾਂ ਨੂੰ, ਲੋਕਲ ਲੀਡਰ ਨੂੰ ਔਰ ਸਾਡੇ ਸੂਬਾ ਜਨਰਲ ਸਕੱਤਰ ਨੂੰ ਬੰਦੀ ਬਣਾ ਕੇ ਰੱਖਿਆ ਗਿਆ। ਔਰ ਇਸ ਤੋਂ ਇਲਾਵਾ ਪਿਛਲੇ ਦਿਨਾਂ ਤੋਂ ਜਿਹੜੇ ਹਮਲੇ ਹੋ ਰਹੇ ਸੀਗੇ ਸਾਡੇ ਨੇਤਾਵਾਂ ਦੇ ਉੱਪਰ, ਔਰ ਖਾਸ ਕਰਕੇ ਮੈਂ ਜ਼ਿਕਰ ਕਰਨਾ ਚਾਹੂੰਗਾ ਕਿ ਹਰਜੀਤ ਸਿੰਘ ਗਰੇਵਾਲ ਉਹਨਾਂ ਦੀ ਫਸਲ ਹੀ ਬਾਤ ਦੀ ਗਈ। ਇਹ ਕਿਸਾਨ ਕਦੇ ਨਹੀਂ ਕਰ ਸਕਦਾ ਔਰ ਇਹ ਕੇਵਲ ਕੁਝ ਐਸੇ ਲੋਕ ਨੇ ਜਿਹੜੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਨੇ, ਪੰਜਾਬ ਦਾ ਭਲਾ ਨਹੀਂ ਚਾਹੁੰਦੇ, ਪੰਜਾਬ ਦੇ ਵਿੱਚ ਇੱਕ ਐਸੀ ਸਥਿਤੀ ਨੂੰ ਲਿਆਉਣਾ ਚਾਹੁੰਦੇ ਨੇ ਜਿਹਦੇ ਨਾਲ ਪੰਜਾਬ ਫਿਰ ਨਿਘਾਰ ਵੱਲ ਨੂੰ ਜਾਏਗਾ। ਸੋ ਮੇਰੀ ਤਾਂ ਉਹਨਾਂ ਨੂੰ ਵੀ ਬੇਨਤੀ ਹੈ ਕਿ ਬੜਾ ਸੰਤਾਪ ਪੰਜਾਬ ਨੇ ਪਹਿਲਾਂ ਕੱਟਿਆ ਹੈਗਾ ਔਰ ਸਾਨੂੰ ਇਹਨਾਂ ਸਾਰੀਆਂ ਗੱਲਾਂ ਨੂੰ ਸਮਝਣਾ ਚਾਹੀਦਾ ਹੈ। ਪੰਜਾਬ ਦੀ ਖੁਸ਼ਹਾਲੀ ਪੰਜਾਬ ਦੇ ਕਿਸਾਨ ਨਾਲ ਹੈ, ਪੰਜਾਬ ਦੇ ਉਦਯੋਗਪਤੀ ਨਾਲ ਹੈ, ਪੰਜਾਬ ਦੇ ਵਪਾਰੀ ਨਾਲ ਹੈ। ਸਭ ਦੀ ਜ਼ਰੂਰਤ ਹੈ, ਸਭ ਨੂੰ ਇਕੱਠੇ ਲੈ ਕੇ ਸਾਨੂੰ ਅੱਗੇ ਵਧਣਾ ਚਾਹੀਦਾ ਹੈ। ਕਾਨੂੰਨਾਂ ਦੇ ਅੰਦਰ ਬਾਰ-ਬਾਰ ਕੇਂਦਰ ਸਰਕਾਰ ਕਹਿ ਰਹੀ ਹੈ ਵੀ ਅਗਰ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਹੈ ਉਹ ਬੈਠ ਕੇ ਮੰਚ ਤੇ ਬੈਠਣ ਸਾਡੇ ਨਾਲ। ਬੜੀਆਂ ਸਿੱਧੀਆਂ ਆਫਰਾਂ ਕਿਸਾਨ ਜਥੇਬੰਦੀਆਂ ਨੂੰ ਕੀਤੀਆਂ ਗਈਆਂ, ਪਰ ਉਹਦੇ ਬਾਵਜੂਦ ਵੀ
ਮੈਣਾ ਮਾਨੂ ਵਾਲੀ ਗੱਲ ਕਿਸਾਨ ਜਥੇਬੰਦੀਆਂ ਵੱਲੋਂ ਹੋ ਰਹੀ ਹੈ। ਸੋ ਉਹ ਲੋਕਾਂ ਨੂੰ ਸਮਝਣਾ ਸ਼ੁਰੂ ਹੋਇਆ ਹੈਗਾ। ਅਸੀਂ ਸਭ ਅੱਜ ਜਿੰਨੇ ਵੀ ਤੁਸੀਂ ਵੀਰ ਮੇਰੇ ਸਾਹਮਣੇ ਬੈਠੇ ਹੋ, ਤੁਸੀਂ ਵੀ ਇਹ ਮਹਿਸੂਸ ਕਰ ਰਹੇ ਹੋ ਕਿ ਅੱਜ ਉਹ ਅੰਦੋਲਨ ਦੇ ਵਿੱਚ ਜਿਹੜੀ ਤਾਦਾਦ ਆ ਉਹਦੇ ਵਿੱਚ ਕਾਫੀ ਕਮੀ ਆਈ ਹੈ। ਉਹਦੇ ਪਿੱਛੇ ਇੱਕੋ ਹੀ ਕਾਰਨ ਹੈ ਕਿ ਕਿਸਾਨ ਵੀਰ ਹੁਣੇ ਸਮਝਣ ਲੱਗਿਆ ਕਿ ਕੇਂਦਰ ਸਰਕਾਰ ਸਹੀ ਰਸਤੇ ਵੱਲ ਚੱਲ ਰਹੀ ਹੈ। ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਬਣਨ ਤੋਂ ਬਾਅਦ ਮੰਚ ਤੋਂ ਇੱਕ ਬਿਆਨ ਕੀਤਾ ਕਿ ਪੰਜਾਬ ਦਾ ਹਰ ਕਿਸਾਨ ਪ੍ਰਧਾਨ ਹੈ। ਉਹਨਾਂ ਨੂੰ ਚਿੰਤਾ ਨਾ ਕਰਦੇ ਹੋਏ ਉਹ ਹੱਕਾਂ ਦੀ ਲੜਾਈ ਲੜ ਕੇ ਰਹਿਣਗੇ। ਪੰਜਾਬ ਦੇ ਹਰ ਕਿਸਾਨ ਨੂੰ ਉਹਨਾਂ ਨੇ ਪ੍ਰਧਾਨ ਕਿਹਾ। ਨਹੀਂ, ਦੇਖੋ ਇਸ ਤਰ੍ਹਾਂ ਹੈ ਕਿ ਪਿਛਲੇ ਦਿਨਾਂ ਤੋਂ ਜੋ ਘਟਨਾਕ੍ਰਮ ਹੋਏ ਹੈ ਉਹ ਬਿਲਕੁਲ ਇਹ ਨਿਕਲ ਕੇ ਸਾਹਮਣੇ ਆਇਆ ਹੈ ਕਿ ਨਵਜੋਤ ਸਿੰਘ ਸਿੱਧੂ ਕੇਵਲ ਆਪਣੀ ਲੜਾਈ ਲੜ ਰਹੇ ਸੀਗੇ। ਉਹਨਾਂ ਦੀ ਡਿਮਾਂਡ ਸੀ ਕਾਂਗਰਸ ਦੇ ਅੰਦਰ ਵੀ ਚਾਹੇ ਉਹਨਾਂ ਨੂੰ ਡਿਪਟੀ ਮੁੱਖ ਮੰਤਰੀ ਬਣਾ ਦਿਓ ਤੇ ਚਾਹੇ ਪ੍ਰਧਾਨ ਬਣਾ ਦਿਓ। ਔਰ ਮੈਂ ਤੁਹਾਨੂੰ ਇਹ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਗੱਲ ਕਹਿਣੀ ਚਾਹਾਂਗਾ ਕਿ ਜਦੋਂ ਉਹ ਭਾਰਤੀ ਜਨਤਾ ਪਾਰਟੀ 'ਚ ਸੀਗੇ, ਜਦੋਂ ਭਾਰਤੀ ਜਨਤਾ ਪਾਰਟੀ ਨੂੰ ਆਪਣੀ ਮਾਂ ਕਹਿ ਰਹੇ ਸੀਗੇ, ਤੇ ਜਦੋਂ ਹੁਣ ਉਹ ਕਾਂਗਰਸ ਚਲੇ ਗਏ, ਹੁਣ ਉਹ ਕਾਂਗਰਸ ਨੂੰ ਆਪਣੀ ਮਾਂ ਕਹਿਣਾ ਸ਼ੁਰੂ ਕਰਤਾ। ਔਰ ਮਾਂ ਇੱਕੋ ਹੀ ਹੁੰਦੀ ਆ। ਮਾਵਾਂ ਸਤੇਲੇ ਪੁੱਤ ਬਦਲਦੇ ਨੇ, ਜਿਹੜੇ ਮਾਂ ਦੇ ਜੰਮੇ ਹੋਏ ਆ ਉਹ ਕਦੇ ਮਾਵਾਂ ਨਹੀਂ ਬਦਲਦੇ ਹੈਗੇ। ਜੇ ਕਲਪਨਾ ਕਰੋ ਜੇ ਸਿੱਧੂ ਸਾਹਿਬ ਕਾਂਗਰਸ ਦੇ ਪ੍ਰਧਾਨ ਨਾ ਬਣਦੇ ਤੇ ਉਹਨਾਂ ਦੀ ਮਾਂ ਹੁਣ ਹੋਰ ਕੋਈ ਨਵੀਂ ਹੋ ਜਾਣੀ ਸੀ। ਸੋ ਇਸ ਕਰਕੇ ਮੇਰਾ ਇਹ ਕਹਿਣਾ ਹੈਗਾ ਕਿ ਸਿੱਧੂ ਸਾਹਿਬ ਕਿਸੇ ਪੰਜਾਬੀ ਦੀ ਲੜਾਈ ਨਹੀਂ ਲੜ ਰਹੇ, ਸਿੱਧੂ ਸਾਹਿਬ ਕਿਸੇ ਕਿਸਾਨ ਦੀ ਲੜਾਈ ਨਹੀਂ ਲੜ ਰਹੇ, ਕਿਸੇ ਵਪਾਰੀ ਦੀ ਲੜਾਈ ਨਹੀਂ ਲੜ ਰਹੇ, ਨਾ ਹੀ ਕਿਸੇ ਇੰਡਸਟਰੀਜ਼ ਦੀ ਲੜਾਈ ਲੜ ਰਹੇ ਨੇ। ਉਹ ਤਾਂ ਕੇਵਲ ਆਪਣੀ ਲੜਾਈ ਲੜ ਰਹੇ ਨੇ। ਉਹਨਾਂ ਨੂੰ ਕੇਵਲ ਉਹਨਾਂ ਦਾ ਮਨਸ਼ਾ ਸੀਗੀ ਕਿ ਪ੍ਰਧਾਨ ਬਣਨਾ ਹੈ। ਚਲੋ ਚੰਗਾ ਹੈ, ਕਾਂਗਰਸ ਨੇ ਉਹਨਾਂ ਨੂੰ ਪ੍ਰਧਾਨ ਬਣਾਇਆ। ਔਰ ਇਹ ਸਾਰੇ ਘਟਨਾਕ੍ਰਮ ਦੇ ਅੰਦਰ ਤੁਸੀਂ ਦੇਖ ਰਹੇ ਹੋ ਜੋ ਉਹਨਾਂ ਨੇ ਆਪਣੇ ਮੁੱਖ ਮੰਤਰੀ ਦੀ ਹਾਲਤ ਕੀਤੀ ਹੈ। ਸਾਨੂੰ ਤਾਂ ਇਹ ਲੱਗ ਰਿਹਾ ਸੀਗਾ ਵੀ ਇਹ ਕਾਂਗਰਸ ਦੀ ਸਰਕਾਰ ਦੇ ਮੁੱਖ ਮੰਤਰੀ ਨਹੀਂ ਹੈਗੇ। ਸੋ ਮੈਂ ਉਹਦੇ 'ਤੇ ਕੋਈ ਜ਼ਿਆਦਾ ਟਿੱਪਣੀ ਨਹੀਂ ਕਰਨੀ, ਹੈ ਤਾਂ ਉਹਨਾਂ ਦਾ ਘਰੇਲੂ ਮਾਮਲਾ। ਪਰ ਮੈਂ ਇੰਨੀ ਗੱਲ ਜ਼ਰੂਰ ਕਹਾਂਗਾ ਕਿ ਇਸ ਸਾਰੇ ਘਟਨਾਕ੍ਰਮ ਦੇ ਅੰਦਰ ਪੰਜਾਬ ਨੂੰ, ਪੰਜਾਬੀਆਂ ਨੂੰ, ਪੰਜਾਬੀਅਤ ਨੂੰ ਕੀ ਮਿਲਿਆ, ਪੰਜਾਬ ਦੇ ਕਿਸਾਨ ਨੂੰ ਕੀ ਮਿਲਿਆ, ਪੰਜਾਬ ਦੇ ਵਪਾਰੀ ਨੂੰ ਕੀ ਮਿਲਿਆ। ਜਿੰਨੇ ਟਵੀਟ ਜਾਂ ਜਿੰਨਾ ਵਿਰੋਧ ਸਿੱਧੂ ਸਾਹਿਬ ਕੈਪਟਨ ਸਾਹਿਬ ਦਾ ਕਰ ਰਹੇ ਸੀ ਮੁੱਖ ਮੰਤਰੀ ਪੰਜਾਬ ਦਾ, ਕਿਆ ਆ ਹੁਣ ਜਿਹੜੇ 4 ਮਹੀਨੇ ਜਾਂ 5 ਮਹੀਨੇ ਬਚੇ ਆ ਸਰਕਾਰ ਦੇ, ਕਿਆ ਉਹਦੇ 'ਚ ਨਸ਼ਾ ਖਤਮ ਹੋ ਜਾਏਗਾ? ਕਿਆ ਜਿਹੜੇ ਬੇਅਦਬੀ ਦੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਮਿਲ ਜਾਣਗੀਆਂ? ਕਿਆ ਬੇਰੁਜ਼ਗਾਰਾਂ ਨੂੰ ਨੌਕਰੀਆਂ ਮਿਲ ਜਾਣਗੀਆਂ? ਕਿਆ ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ ਮਿਲ ਜਾਏਗਾ? ਨੌਜਵਾਨਾਂ ਨੂੰ ਸਮਾਰਟਫੋਨ ਮਿਲ ਜਾਣਗੇ? ਕਿਆ ਜਿੰਨੇ ਵੀ ਵਾਅਦੇ ਉਹਨਾਂ ਨੇ ਕੀਤੇ ਸੀ ਕਿਆ ਉਹ ਉਹਨੂੰ